ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਸਾਡੇ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ। ਅੱਜ ਦਾ ਵੀਡੀਓ ਬਹੁਤ ਖਾਸ ਹੈ ਕਿਉਂਕਿ ਲੇਟੈਸਟ ਅਪਡੇਟਸ ਨੇ IRCC ਦੇ ਵੈਬੀਨਾਰ ਦੇ। ਇਸ ਵੈਬੀਨਾਰ ਦੀ ਖਾਸੀਅਤ ਇਹ ਰਹੀ ਕਿ ਇਹਦੇ ਵਿੱਚ ਬਹੁਤ ਨਵੇਂ ਅਪਡੇਟਸ ਵੀ ਆਏ ਤੇ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਵੀ ਲਿੱਤੇ ਗਏ ਤੇ ਖਾਸ ਕਰਕੇ ਇਹ ਵੀ ਖਾਸੀਅਤ ਰਹੀ ਕਿ ਪੰਜਾਬੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਦਿੱਤਾ ਗਿਆ। ਇਹ IRCC ਦਾ ਜਿਹੜਾ ਵੈਬੀਨਾਰ ਹੋਇਆ ਇਹਦੇ ਵਿੱਚ ਜੋ ਮੇਨ ਕੁਐਸਚਨ ਰਹੇ, ਜੋ ਚੀਜ਼ਾਂ ਨਿਕਲ ਕੇ ਆਈਆਂ, ਉਹ ਇੱਕ ਵਾਰ ਜ਼ਰੂਰ ਅਸੀਂ ਡਿਸਕਸ ਕਰਾਂਗੇ। ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਜੀ ਸਵਾਗਤ। ਥੈਂਕ ਯੂ ਦੀਪਕ ਜੀ, ਔਰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਗਪ੍ਰੀਤ ਜੀ, ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਅਪਡੇਟ ਰਿਹਾ ਉਹ ਜਨਵਰੀ ਚ ਪਾਲਿਸੀ ਕੀ ਰਹੇਗੀ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਨੇ ਕਿਉਂਕਿ AIP ਨੂੰ ਸਟੂਡੈਂਟਸ ਤੁਸੀਂ ਵੀ ਜਾਣਦੇ ਹੋ ਬਹੁਤ ਜ਼ਿਆਦਾ ਪਸੰਦ ਨਹੀਂ ਕਰ ਰਹੇ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਇਹਨੂੰ ਵੀਜ਼ਾ ਸਮਝੀਏ ਕਿ ਨਾ ਸਮਝੀਏ, ਖੁਸ਼ੀ ਮਨਾਈਏ ਕਿ ਨਾ ਮਨਾਈਏ। ਬਿਲਕੁਲ ਦੀਪਕ ਜੀ, ਇੱਥੇ ਦਾ ਸਭ ਤੋਂ ਵੱਡਾ ਇੱਕ ਸਵਾਲ ਬਣਿਆ ਹੋਇਆ ਸੀ। ਆਮ ਤੌਰ ਤੇ ਸਟੂਡੈਂਟ ਬਹੁਤ ਜ਼ਿਆਦਾ ਕੁਐਸਚਨ ਕਰਦੇ ਸੀਗੇ। ਪਿਛਲੇ ਵੀ ਜਿਹੜੇ ਵੈਬੀਨਾਰਸ IRCC ਦੇ ਹੋ ਕੇ ਹਟੇ ਨੇ ਉਹਨਾਂ 'ਚ ਵੀ ਕੁਐਸਚਨ ਸੀਗੇ ਸਿਮਿਲਰ ਜੇ। ਸੋ ਅੱਜ ਦੇ ਇਸ ਜਿਹੜਾ ਪੰਜਾਬੀ ਦੇ ਵਿੱਚ ਆਪਣਾ ਵੈਬੀਨਾਰ ਹੋਇਆ, ਇਹਦੇ 'ਚ ਬਹੁਤ ਨਵੀਆਂ ਚੀਜ਼ਾਂ ਵੀ ਕਲੈਰੀਫਾਈ ਹੋਈਆਂ ਨੇ। ਸਭ ਤੋਂ ਵੱਡੀ ਚੀਜ਼ ਜਿਹੜੀ ਉਹਨਾਂ ਨੇ ਕਲੀਅਰ ਕੀਤੀ ਹੈ ਉਹ ਇਹਦੇ ਵਿੱਚ ਇਹ ਕੀਤੀ ਹੈ ਕਿ ਜਿਹੜਾ ਸਟੂਡੈਂਟ ਦਾ ਕੁਐਸਚਨ ਸੀ ਕਿ ਜੋ 2 ਸਟੇਜ ਵੀਜ਼ਾ ਸੈਪਟੈਂਬਰ ਇਨਟੇਕ ਦੇ ਲਈ ਸੀਗਾ, ਉਹਦੇ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਉਹ ਹੁਣ ਸਿਰਫ ਸੈਪਟੈਂਬਰ ਲਈ ਹੈ। ਅਗਰ ਉਹ ਗੱਲ ਕਰਨ ਵਿੰਟਰ ਇਨਟੇਕ ਨੂੰ ਲੈ ਕੇ, ਯਾਨੀ ਕਿ ਜਨਵਰੀ 2021 ਇਨਟੇਕ ਨੂੰ ਲੈ ਕੇ, ਤੇ ਉਹਦੀ 1 ਸਟੈਪ ਪਾਲਿਸੀ ਹੀ ਹੋਏਗੀ ਜਿਵੇਂ ਕਿ ਆਪਾਂ ਨੂੰ ਪਿਛਲੇ ਇਨਟੇਕਸ ਦੇ ਵਿੱਚ ਵੀਜ਼ਾ ਦੇਖਣ ਨੂੰ ਮਿਲਦਾ ਸੀ। ਸੋ ਸਟੂਡੈਂਟ ਇਸ ਚੀਜ਼ ਤੋਂ ਬਿਲਕੁਲ ਬੇਫਿਕਰ ਹੋ ਸਕਦੇ ਨੇ ਕਿ 2 ਸਟੇਜ ਵੀਜ਼ਾ ਸਿਰਫ ਔਰ ਸਿਰਫ ਆਟਮ ਇਨਟੇਕ, ਸਪ੍ਰਿੰਗ ਇਨਟੇਕ ਔਰ ਸਮਰ ਇਨਟੇਕ ਦੇ ਲਈ ਸੀਗਾ। ਸੋ ਇਹ ਫਾਲ ਇਨਟੇਕ ਤੱਕ ਹੀ 2 ਸਟੇਜ ਵੀਜ਼ਾ ਚੱਲਣਾ ਸੀ ਜਿਹਦੇ ਵਿੱਚ ਸਟੂਡੈਂਟਸ ਨੂੰ AIP ਮਿਲੇ ਨੇ। ਇੱਕ ਸਟੂਡੈਂਟਸ ਜਗਪ੍ਰੀਤ ਜੀ ਬਹੁਤ ਕਾਲੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਉਹ ਚਾਹੁੰਦੇ ਨੇ ਕਿ ਕੈਨੇਡਾ ਪਹੁੰਚਿਆ ਜਾ ਸਕੇ। ਉਹ ਕਈ ਸਵਾਲ ਉਹਦੇ ਨਾਲ ਰਿਲੇਟਡ ਵੀ ਦਿਖੇ ਕਿ ਜਿਵੇਂ ਕਿ ਕਈ ਸਟੂਡੈਂਟਸ ਨੇ ਪੁੱਛਿਆ ਕਿ ਟਰੈਵਲ ਲਈ ਜੇ ਉਹਨਾਂ ਦਾ ਇੰਸਟੀਚਿਊਟ ਉਹਨਾਂ ਨੂੰ ਕਿਸੇ ਤਰੀਕੇ ਦੀ ਲੈਟਰ ਭੇਜਦਾ ਹੈ ਕਿ ਉਹਨਾਂ ਦਾ ਜ਼ਰੂਰੀ ਹੈ ਜਾਂ ਕਿਸੇ ਵੀ ਤਰੀਕੇ ਨਾਲ, ਤਾਂ ਕੀ ਉਹ ਕੈਨੇਡਾ ਜਾ ਸਕਦੇ ਨੇ, ਕਿਹੜੇ ਆਪਣੇ ਇੰਸਟੀਚਿਊਟ ਦੇ ਬਿਹਾਫ ਤੇ ਮਿਲੀ ਟਰੈਵਲ ਲੈਟਰ ਤੇ। ਬਿਲਕੁਲ ਦੀਪਕ ਜੀ, ਇੱਥੇ ਨਾ ਇੱਕ ਬਹੁਤ ਕਨਫਿਊਜ਼ਿੰਗ ਵਾਲਾ ਸਟੇਟਮੈਂਟ ਹੈ ਕਿ ਜਦੋਂ ਬੱਚੇ ਨੇ ਟਰੈਵਲ ਕਰਨਾ ਹੈ ਤੇ ਉਹਨਾਂ ਦੀ ਇੱਕ ਉਮੀਦ ਸੀ ਬੱਚਿਆਂ ਦੀ ਕਿ ਸ਼ਾਇਦ ਜਿਹੜਾ ਟਰੈਵਲ ਲੈਟਰ ਹੈ ਉਹ IRCC ਉਹਨਾਂ ਨੂੰ ਇਸ਼ੂ ਕਰੇਗੀ। ਬਟ ਇੱਥੇ IRCC ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਜਿਹੜਾ ਟਰੈਵਲ ਲੈਟਰ ਹੈ ਉਹ ਸਿਰਫ ਔਰ ਸਿਰਫ ਤੁਹਾਡੇ DLI ਤੋਂ, ਯਾਨੀ ਕਿ ਜਿਸ ਕਾਲਜ ਯੂਨੀਵਰਸਿਟੀ ਦੇ ਵਿੱਚ ਤੁਸੀਂ ਐਡਮਿਸ਼ਨ ਲਿਆ ਹੋਇਆ ਉਹੀ ਤੁਹਾਨੂੰ ਇਸ਼ੂ ਕਰ ਸਕਦੇ ਆ। ਉਹਦੇ ਵਿੱਚ IRCC ਨੂੰ ਲੈ ਕੇ ਟਰੈਵਲ ਲੈਟਰਸ ਕੋਈ ਨਹੀਂ ਦਿੱਤੇ ਜਾਣਗੇ, ਔਰ ਉਹ ਜਿਹੜਾ ਟਰੈਵਲਿੰਗ ਦਾ ਵੀ ਪਾਰਟ ਰਹੇਗਾ ਉਹ ਸਿਰਫ ਔਰ ਸਿਰਫ ਕੈਨੇਡਾ ਬਾਰਡਰ ਜਿਹੜੀਆਂ ਸਰਵਿਸ ਏਜੰਸੀਜ਼ ਹੈਗੀਆਂ ਨੇ, ਸਿਕਿਉਰਿਟੀ ਏਜੰਸੀਜ਼ ਹੈ, 에ਅਰਲਾਈਨਸ ਹੈ, ਉਹਨਾਂ ਦੇ ਉੱਤੇ ਡਿਪੈਂਡ ਕਰੇਗਾ ਤੁਹਾਨੂੰ ਫਲਾਈਟ ਬੋਰਡ ਕਰਨ ਦਿੰਦੇ ਆ ਜਾਂ ਨਹੀਂ ਕਰਨ ਦਿੰਦੇ। ਔਰ ਮੇਜਰਲੀ ਜਿਹੜਾ ਟਰੈਵਲ ਸਪੋਰਟ ਲੈਟਰ ਹੈ ਇਹ ਤੁਹਾਨੂੰ ਸਿਰਫ ਤੁਹਾਡਾ DLI ਹੀ ਇਸ਼ੂ ਕਰ ਸਕਦਾ ਹੈ। ਬਹੁਤ ਸਾਰੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਨੇ, ਹਾਲਾਂਕਿ ਆਨਲਾਈਨ ਪੜ੍ਹਾਈ ਦੇ ਪ੍ਰੋਵੀਜ਼ਨਸ ਮਿਲ ਗਏ ਨੇ, ਪਰ ਸਟੂਡੈਂਟਸ ਨੇ ਬਹੁਤ ਸਾਰੇ ਤਰੀਕੇ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਜੇ ਸਟੂਡੈਂਟਸ ਕੈਨੇਡਾ ਚਲੇ ਜਾਂਦੇ ਨੇ ਆਨਲਾਈਨ ਪੜ੍ਹਾਈ ਕਰਦੇ ਹੋਏ ਤੇ ਉੱਥੇ ਜਾ ਕੇ ਆਨਲਾਈਨ ਪੜ੍ਹਾਈ ਕਰਦੇ ਨੇ ਤਾਂ ਵਰਕ ਰਾਈਟਸ ਦਾ ਕੀ ਬਣੇਗਾ, ਇਹ ਵੀ ਸਟੂਡੈਂਟਸ ਦੇ ਮਨ ਦੇ ਵਿੱਚ ਬੜਾ ਵੱਡਾ ਸਵਾਲ ਸੀ। ਬਿਲਕੁਲ ਜੀ ਬਿਲਕੁਲ। ਇੱਥੇ ਇੱਕ ਸਭ ਤੋਂ ਅਹਿਮ ਸਵਾਲ ਬੱਚਿਆਂ ਦਾ ਇਹ ਸੀਗਾ ਕਿ ਪਹਿਲਾਂ ਤਾਂ ਆਨਲਾਈਨ ਕਲਾਸਿਸ ਨੂੰ ਲੈ ਕੇ ਸੀ ਕਿ ਆਨਲਾਈਨ ਕਲਾਸਿਸ ਤੁਸੀਂ ਇੰਡੀਆ 'ਚ ਲਗਾਓਗੇ ਫਿਰ ਉਹਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੀ ਅਸਰ ਰਹੇਗਾ। ਇੱਥੇ ਉਹਨਾਂ ਨੇ ਪਹਿਲਾਂ ਵੀ ਕਲੀਅਰ ਕੀਤਾ ਸੀ ਕਿ ਜਿੰਨਾ ਵੀ ਟਾਈਮ ਪੀਰੀਅਡ ਤੁਸੀਂ ਆਪਣੇ ਹੋਮ ਕੰਟਰੀ ਦੇ ਵਿੱਚ ਆਨਲਾਈਨ ਕਲਾਸਿਸ ਦੇ ਵਿੱਚ ਲਗਾਉਂਦੇ ਹੋ ਉਹ ਸਾਰਾ ਕੈਲਕੂਲੇਟ ਹੋਏਗਾ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ। ਨਾਲ ਦੀ ਨਾਲ ਅੱਜ ਉਹਨਾਂ ਨੇ ਇੱਕ ਚੀਜ਼ ਕਲੀਅਰ ਕਰ ਦਿੱਤੀ ਹੈ ਕਿ ਜਿਹੜੇ ਸਟੂਡੈਂਟ ਇੰਡੀਆ 'ਚ ਆਨਲਾਈਨ ਕਲਾਸਿਸ ਲਗਾ ਰਹੇ ਸੀ ਉਹ ਟਰੈਵਲ ਸਪੋਰਟ ਲੈਟਰ ਲੈ ਕੇ ਕੈਨੇਡਾ ਵੀ ਮੂਵ ਕਰ ਗਏ ਨੇ। ਬਟ ਕੈਨੇਡਾ ਜਾ ਕੇ ਵੀ ਅਗਰ ਉਹ ਆਨਲਾਈਨ ਪੜ੍ਹਾਈ ਕਰ ਰਹੇ ਨੇ, ਆਪਣੀ ਅਕਮੋਡੇਸ਼ਨ ਤੇ ਆਪਣੇ ਰੈਜ਼ੀਡੈਂਸ ਤੇ ਰਹਿ ਕੇ ਅਗਰ ਉਹ ਆਨਲਾਈਨ ਕਲਾਸਿਸ ਹੀ ਲੈ ਰਹੇ ਨੇ ਤਾਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਉਡ ਹੋਏਗਾ। ਬਟ ਜਿਹੜਾ ਸਟੱਡੀ ਪੀਰੀਅਡ ਦੇ ਦੌਰਾਨ 20 ਆਵਰਸ ਵਰਕ ਪਰਮਿਟ ਉਹਨਾਂ ਨੂੰ ਇਸ਼ੂ ਹੁੰਦਾ ਸੀਗਾ, ਜਿਹੜਾ ਉਹਨਾਂ ਨੂੰ ਵੀਕਲੀ ਰਾਈਟਸ ਮਿਲਦੇ ਸੀ, ਉਹ ਉਹਦੇ 'ਚ ਕੰਮ ਨਹੀਂ ਕਰ ਸਕਣਗੇ। ਇੱਥੇ ਸਟੂਡੈਂਟ ਇਸ ਚੀਜ਼ ਨੂੰ ਬਿਲਕੁਲ ਕਲੀਅਰ ਕਰ ਲੈਣ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੋਈ ਇਸ਼ੂ ਨਹੀਂ ਹੈ। ਬਟ ਅਗਰ ਤੁਸੀਂ ਕੈਨੇਡਾ ਪਹੁੰਚ ਕੇ ਵੀ ਆਨਲਾਈਨ ਕਲਾਸਿਸ ਲਗਾਉਂਦੇ ਹੋ ਤਾਂ ਉੱਥੇ ਜਾ ਕੇ ਤੁਹਾਨੂੰ ਵਰਕ ਰਾਈਟਸ 20 ਆਵਰਸ ਆ ਵੀਕ ਵਾਲੇ ਜਿਹੜੇ ਆ ਉਹ ਤੁਹਾਨੂੰ ਅਲਾਉਡ ਨਹੀਂ ਹੋਣਗੇ।
ਇੱਕ ਹੋਰ ਵੀ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਨੇ ਨੈਟ ਨੂੰ ਲੈ ਕੇ ਕਿ ਨੈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਤੇ ਇਹਦੇ ਵਾਸਤੇ ਵੀ IRCC ਨੂੰ ਸਟੂਡੈਂਟਸ ਨੇ ਸਵਾਲ ਭੇਜੇ ਕਿ IRCC ਇਹਦਾ ਕੋਈ ਹੱਲ ਦੇਵੇ। ਕਿਤੇ ਨਾ ਕਿਤੇ ਸਟੂਡੈਂਟਸ ਦੀ ਸੀਗੀ ਰਿਕੁਆਇਰਮੈਂਟ ਕਿ IRCC ਉਹਨਾਂ ਨੂੰ ਪਰਮਿਟ ਕਰੇ ਕਿ ਉਹ ਕੈਨੇਡਾ ਜਾ ਕੇ ਆਨਲਾਈਨ ਪੜ੍ਹ ਲੈਣ। ਬਿਲਕੁਲ ਜੀ, ਇਹ ਜਿਹੜਾ ਇਹ ਪੁਆਇੰਟ ਹੈ ਜੀ, ਇਹ ਟਰੈਵਲ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ ਕਿਉਂਕਿ ਆਮ ਤੌਰ ਤੇ ਸਟੂਡੈਂਟਸ ਨੇ ਇੱਕ ਪਲੀ ਜਿਹੜੀ ਦਿੱਤੀ ਸੀ ਕਾਲਜਸ ਯੂਨੀਵਰਸਿਟੀਜ਼ ਨੂੰ, ਆਪਣੇ DLIs ਨੂੰ, ਉਹ ਇਹੀ ਇੱਕ ਉਹਨਾਂ ਦੇ ਕੋਲ ਕਹਿ ਲਓ ਐਕਸਕਿਊਜ਼ ਸੀਗਾ ਕਿ ਸਾਡੇ ਕੰਟਰੀ ਦੇ ਵਿੱਚ, ਸਾਡੇ ਸਿਟੀ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਰੈਜ਼ੀਡੈਂਸ ਤੇ, ਉੱਥੇ ਇੰਟਰਨੈਟ ਸਰਵਿਸਿਜ਼ ਜਿਹੜੀਆਂ ਉਹ ਪੂਅਰ ਨੇ, ਕਨੈਕਸ਼ਨ ਪੂਅਰ ਨੇ ਤੇ ਅਸੀਂ ਆਨਲਾਈਨ ਕਲਾਸਾਂ ਪ੍ਰੋਪਰਲੀ ਨਹੀਂ ਲਗਾ ਸਕਦੇ। ਸੋ ਇੱਥੇ IRCC ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ, ਉਹਨਾਂ ਦੀ ਇੱਕ ਸਪਸ਼ਟ ਸਟੇਟਮੈਂਟ ਸੀ ਕਿ ਅਗਰ ਤੁਹਾਡੇ ਕੋਲ ਇੰਟਰਨੈਟ ਕਨੈਕਟੀਵਿਟੀ ਪੂਅਰ ਹੈ ਤੇ ਉਹਨੂੰ ਇੰਪਰੂਵ ਵੱਲ ਧਿਆਨ ਦਿੱਤਾ ਜਾਵੇ। ਤੁਸੀਂ ਆਪਣੀ ਇੰਟਰਨੈਟ ਕਨੈਕਟੀਵਿਟੀ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਉਹਨੂੰ ਚੇਂਜ ਕਰ ਲਓ ਜਾਂ ਆਪਣੇ ਪਲਾਨਸ ਨੂੰ ਅਪਗ੍ਰੇਡ ਕਰ ਲਓ, ਬਟ ਇਸ ਐਕਸਕਿਊਜ਼ ਤੇ ਉਹ ਤੁਹਾਨੂੰ ਪਰਮਿਟ ਨਹੀਂ ਕਰਨਗੇ। ਮੀਨਸ ਕਿ ਇਹ IRCC ਦੀਆਂ ਡਾਇਰੈਕਸ਼ਨਸ ਇੰਸਟੀਟਿਊਸ਼ਨਸ ਦੇ ਕੋਲ ਵੀ ਹੋਣਗੀਆਂ ਕਿ ਪੂਅਰ ਇੰਟਰਨੈਟ ਕਨੈਕਟੀਵਿਟੀ ਨੂੰ ਲੈ ਕੇ ਐਕਸਕਿਊਜ਼ ਦੇ ਉੱਤੇ ਟਰੈਵਲ ਲੈਟਰ ਨਾ ਦਿੱਤੇ ਜਾਣ। ਸੋ ਬੈਟਰ ਐਡਵਾਈਸ ਹੈ ਕਿ ਤੁਸੀਂ ਆਪਣੀਆਂ ਆਨਲਾਈਨ ਐਜੂਕੇਸ਼ਨ ਨੂੰ ਸਟਾਰਟ ਕਰੋ ਔਰ ਜਦੋਂ ਟਰੈਵਲ ਰਿਸਟ੍ਰਿਕਸ਼ਨਸ, ਟਰੈਵਲ ਬੈਨ ਖਤਮ ਹੋਣ ਉਦੋਂ ਤੁਸੀਂ ਟਰੈਵਲ ਕਰ ਪਾਓ। ਸੋ ਇਹ ਜਿਹੜਾ ਵਿੱਚ ਵਿਚਾਲੇ ਵਾਲਾ ਪੰਗਾ ਹੈ ਜਿਹਦੇ ਵਿੱਚ ਸਟੂਡੈਂਟ ਨੂੰ ਲੱਗਦਾ ਹੈ ਕਿ ਅਸੀਂ ਇਦਾਂ ਦੇ ਐਕਸਕਿਊਜ਼ ਦੇ ਕੇ ਟਰੈਵਲ ਕਰ ਲਾਂਗੇ, ਤੁਹਾਨੂੰ ਟਰੈਵਲ ਕਰਨ ਲੱਗਿਆਂ ਪ੍ਰੋਬਲਮ ਆ ਸਕਦੀ ਹੈ। ਬਾਰਡਰ ਏਜੰਸੀਜ਼ ਤੁਹਾਨੂੰ ਰੋਕ ਸਕਦੀਆਂ ਨੇ। ਜਗਪ੍ਰੀਤ ਜੀ, ਇਹ ਸਵਾਲ ਦੇ ਵਿੱਚ ਦੋ ਐਸਪੈਕਟਸ ਦੇਖਦੇ ਨੇ। ਕੁਝ ਹੱਦ ਤੱਕ ਇਹ ਪ੍ਰੋਬਲਮ ਵਾਕਈ ਜੈਨੂਇਨ ਵੀ ਹੈ ਪਿੰਡਾਂ 'ਚ, ਖਾਸ ਕਰਕੇ ਕਈ ਜਗ੍ਹਾ ਨੈਟ ਦੀ ਦਿੱਕਤ ਰਹਿ ਵੀ ਰਹੀ ਹੋਣੀ ਹੈ ਤੇ ਕਈ ਜਗ੍ਹਾ ਇਹ ਵੀ ਫੈਕਟਰ ਹੈ ਕਿ ਸਟੂਡੈਂਟਸ ਕਿਤੇ ਨਾ ਕਿਤੇ ਆਨਲਾਈਨ ਪੜ੍ਹਾਈ ਦੇ ਇਸ ਕਨਸੈਪਟ ਨੂੰ ਹਜਮ ਨਹੀਂ ਕਰ ਪਾ ਰਹੇ। ਡੈਫੀਨੇਟਲੀ ਜ਼ਿਆਦਾਤਰ ਸਰ ਇਹਦੇ 'ਚ ਇੱਕ ਚੀਜ਼ ਇਹੀ ਹੈ ਕਿ ਆਨਲਾਈਨ ਕਨਸੈਪਟ ਨੂੰ ਉਹ ਡਾਈਜੈਸਟ ਨਹੀਂ ਕਰ ਪਾ ਰਿਹਾ। ਸਿਰਫ ਅਗਰ ਉਹ ਦੂਸਰਾ ਐਕਸਕਿਊਜ਼ ਹੈ ਤਾਂ ਉਹ ਬਹੁਤ ਰੇਅਰ ਚਾਂਸਸ ਹੋ ਸਕਦੇ ਆ। ਅਦਰਵਾਈਜ਼ ਜਿੰਨੀ ਕੁ ਡਿਵੈਲਪਮੈਂਟ ਆਪਾਂ ਦੇਖਦੇ ਹਾਂ ਅੱਜ ਹਰ ਸ਼ਹਿਰ, ਹਰ ਪਿੰਡ ਦੇ ਵਿੱਚ ਕਨੈਕਟੀਵਿਟੀ ਅਵੇਲੇਬਲ ਹੈ। ਸੋ ਮੇਰੀ ਐਡਵਾਈਸ ਹੈ ਸਟੂਡੈਂਟਸ ਨੂੰ ਕੋ ਇਸ ਐਕਸਕਿਊਜ਼ ਦੇ ਉੱਤੇ ਆਪਣੇ ਟਰੈਵਲ ਲੈਟਰਸ ਨੂੰ ਅਪਲਾਈ ਨਾ ਕਰਨ, ਟਰੈਵਲ ਕਰਨ ਦੀ ਵੀ ਕੋਸ਼ਿਸ਼ ਨਾ ਕਰਨ। AIP ਬਾਰੇ ਵੀ ਸਵਾਲ ਸਟੂਡੈਂਟਸ ਨੇ ਪੁੱਛੇ ਕਿ AIP ਕਿਵੇਂ ਆਏਗਾ। ਬਿਲਕੁਲ ਜੀ, AIP ਨੂੰ ਲੈ ਕੇ ਬਹੁਤ ਜ਼ਿਆਦਾ ਸਟੂਡੈਂਟਸ ਦੇ ਸਵਾਲ ਸੀਗੇ ਕਿ ਹੁਣ ਸਾਡਾ AIP ਹਾਲੇ ਤੱਕ ਸਾਨੂੰ ਨਹੀਂ ਮਿਲਿਆ, ਆਉਣ ਵਾਲੇ ਸਮੇਂ 'ਚ ਸਾਡੀਆਂ ਕਲਾਸਿਸ ਹੁਣ 2 ਦਿਨ 4 ਦਿਨ ਨੂੰ ਸਟਾਰਟ ਹੋਣ ਲੱਗੀਆਂ ਨੇ ਤਾਂ ਉਹਦੇ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਸੋ ਉਹਦੇ ਤੇ IRCC ਵੱਲੋਂ ਇੱਕ ਕਲੀਅਰ ਸਟੇਟਮੈਂਟ ਸੀ ਕਿ ਜਿਨ੍ਹਾਂ ਸਟੂਡੈਂਟਸ ਦੇ AIP ਰਿਸੀਵ ਨਹੀਂ ਹੋਏ ਉਹ ਆਪਣੀਆਂ ਕਲਾਸਿਸ ਆਨਲਾਈਨ ਸਟਾਰਟ ਕਰਨ। ਉਸ ਤੋਂ ਬਾਅਦ ਜਿਹੜਾ ਇਹਦਾ ਕੰਸੀਡਿੰਗ ਕੁਐਸਚਨ ਸੀ ਜਿਹਨੂੰ ਇਹਨੂੰ ਅੱਗੇ ਫੋਲੋ ਕਰ ਰਿਹਾ ਸੀਗਾ, ਉਹਦੇ ਵਿੱਚ ਸਟੂਡੈਂਟ ਦਾ ਸਵਾਲ ਸੀ ਕਿ ਅਗਰ ਸਾਡਾ ਕਲਾਸ ਸਟਾਰਟ ਹੋਣ ਤੋਂ ਬਾਅਦ ਅਗਰ ਅਸੀਂ ਆਨਲਾਈਨ ਐਜੂਕੇਸ਼ਨ ਸਟਾਰਟ ਕਰ ਲੈਂਦੇ ਆ, ਉਸ ਤੋਂ ਬਾਅਦ ਸਾਡਾ AIP ਰਿਜੈਕਟ ਹੋ ਜਾਂਦਾ ਤੇ ਫਿਰ ਸਾਡੇ ਲਈ ਕੀ ਪ੍ਰੋਵੀਜ਼ਨ ਹੈ। ਇਹਦੇ ਉੱਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਤੁਸੀਂ ਆਪਣੀਆਂ ਕਲਾਸਿਸ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਇੰਸਟੀਟਿਊਸ਼ਨ ਦੇ ਨਾਲ ਰਿਫੰਡ ਪਾਲਿਸੀ ਨੂੰ ਬਿਲਕੁਲ ਕਲੀਅਰ ਕਰ ਲਓ ਕਿ ਸਮਹਾਉ ਅਗਰ ਰਿਜੈਕਸ਼ਨ ਹੁੰਦੀ ਹੈ ਤਾਂ ਤੁਹਾਡੀ ਕਿੰਨੀ ਫੀਸ ਰਿਫੰਡ ਹੋਏਗੀ ਔਰ ਤੁਸੀਂ ਕਿੰਨੇ ਕੁ ਫਾਈਨੈਂਸ਼ੀਅਲ ਰਿਸਕ ਦੇ ਅੰਦਰ ਹੋਗੇ। ਜੀ, ਬਹੁਤ ਵੱਡਾ ਇਹ ਕੰਸਰਨ ਹੈ ਸਟੂਡੈਂਟਸ ਦਾ, ਨੋ ਡਾਊਟ, ਕਿਉਂਕਿ ਬਹੁਤ ਸਾਰੇ ਸਟੂਡੈਂਟ ਹਜੇ ਵੀ ਡਰ ਰਹੇ ਨੇ ਜੇ AIP ਤੋਂ ਬਾਅਦ ਉਹਨਾਂ ਨੂੰ ਰਿਫਿਊਜ਼ਲ ਮਿਲ ਗਈ ਤਾਂ ਕੀ ਹੋਵੇਗਾ। ਬਿਲਕੁਲ ਜੀ, ਬਿਲਕੁਲ। ਇਸ ਤੋਂ ਇਲਾਵਾ IELTS ਦਾ ਵੀ ਜਗਪ੍ਰੀਤ ਜੀ ਸਵਾਲ ਸੀਗਾ। IELTS ਐਕਸਪਾਇਰ ਹੋਣ ਦਾ ਡਰ ਵੀ ਬਹੁਤ ਸਟੂਡੈਂਟਸ ਨੂੰ ਲੱਗਦਾ। ਬਿਲਕੁਲ ਜੀ, ਇਹ ਬੜੇ ਲੰਬੇ ਸਮੇਂ ਤੋਂ IELTS ਦਾ ਐਕਸਪਾਇਰ ਦਾ ਜਿਹੜਾ ਕਨਫਿਊਜ਼ਨ ਹੈ ਇਹ ਚੱਲ ਰਿਹਾ ਸੀ। ਸੋ ਅੱਜ ਦੀ ਲੇਟੈਸਟ ਮੀਟਿੰਗ ਦੇ ਵਿੱਚ ਵੀ ਅਪਡੇਟ ਹੋ ਗਿਆ, ਪਹਿਲਾਂ ਵੀ ਅਪਡੇਟ ਸੀਗਾ ਕਿ ਜਿਨ੍ਹਾਂ ਸਟੂਡੈਂਟ ਦੀਆਂ IELTS ਵੈਲਿਡ ਸੀਗੇ ਜਦੋਂ ਔਨ ਟਾਈਮ ਐਪਲੀਕੇਸ਼ਨ, ਮੀਨਸ ਜਦੋਂ ਕਿਸੇ ਸਟੂਡੈਂਟ ਨੇ ਗੱਲ ਕਰਦੇ ਆ April May ਦੇ ਵਿੱਚ ਵੀ ਫਾਈਲ ਲਗਾਈ ਸੀ, ਉਸ ਟਾਈਮ ਤੇ ਉਹਨਾਂ ਦਾ IELTS ਜਿਹੜਾ ਸੀ ਉਹ ਵੈਲਿਡ ਸੀ, ਬਟ ਉਸ ਤੋਂ ਬਾਅਦ ਜੂਨ, ਜੁਲਾਈ, ਅਗਸਤ ਮਹੀਨੇ ਦੇ ਵਿੱਚ ਉਹ ਐਕਸਪਾਇਰ ਹੋ ਗਿਆ। ਤਾਂ ਇੱਥੇ IRCC ਨੇ ਕਲੀਅਰ ਕੀਤਾ ਹੈ ਕਿ ਉਹ ਐਕਸਪਾਇਰਡ IELTS ਦੇ ਉੱਤੇ ਤੁਹਾਡੀ ਡਿਸੀਜਨ ਮੇਕਿੰਗ ਨਹੀਂ ਹੋਏਗੀ। ਸੋ ਤੁਸੀਂ ਬਿਲਕੁਲ ਸਾਰੇ ਸਟੂਡੈਂਟਸ ਆਪਣੇ ਆਪ ਨੂੰ ਬਿਲਕੁਲ महफूज समझ सकते हो, अपने आप ਨੂੰ ਸਿਕਿਉਰ ਸਮਝ ਸਕਦੇ ਹੋ ਕਿ ਅਗਰ ਐਪਲੀਕੇਸ਼ਨ ਲੱਗਣ ਤੋਂ ਬਾਅਦ ਤੁਹਾਡਾ IELTS ਐਕਸਪਾਇਰ ਹੋਇਆ ਤਾਂ ਉਹਦਾ ਕੋਈ ਨੈਗੇਟਿਵ ਇੰਪੈਕਟ ਤੁਹਾਡੀ ਡਿਸੀਜਨ ਤੇ ਨਹੀਂ ਹੋਏਗਾ। ਡੈਫਰਮੈਂਟ ਦਾ ਵੀ ਸਟੂਡੈਂਟਸ ਨੂੰ, ਜਿਵੇਂ ਕਿ ਆਪਾਂ ਵੀ ਕਈ ਸ਼ੋਜ਼ 'ਚ ਕਿਹਾ ਕਿ AIP ਤੋਂ ਬਾਅਦ ਕਿਤੇ ਨਾ ਕਿਤੇ ਅਵੋਇਡ ਕੀਤਾ ਜਾਵੇ ਡੈਫਰਮੈਂਟ। ਸਟੂਡੈਂਟਸ ਨੇ ਇਹਦੇ ਬਾਰੇ ਵੀ ਬਹੁਤ ਸਵਾਲ ਪੁੱਛੇ। ਬਿਲਕੁਲ, ਡੈਫਰਮੈਂਟ ਨੂੰ ਲੈ ਕੇ ਇੱਕ ਬਹੁਤ ਮੈਂ ਕਲੈਰਿਟੀ ਵਾਲੀ ਗੱਲ ਕਰਦਾ ਸਟੂਡੈਂਟਸ ਦੇ ਨਾਲ ਕਿ ਡੈਫਰਮੈਂਟ 2 ਤਰੀਕੇ ਦੇ ਵਿੱਚ ਪੋਸੀਬਲ ਹੈਗੀ ਹੈ। ਇੱਕ ਤਾਂ ਪੋਸੀਬਲ ਹੈ ਕਿ ਤੁਸੀਂ AIP ਆਉਣ ਤੋਂ ਪਹਿਲਾਂ ਆਪਣੀ ਡੈਫਰਮੈਂਟ ਲੈ ਲਓ ਔਰ ਡੈਫਰਡ LOA ਤੁਸੀਂ ਆਪਣੇ
ਐਮਬੈਸੀ ਨੂੰ IRCC ਨੂੰ ਵੈਬ ਫਾਰਮ ਦੇ ਜ਼ਰੀਏ ਜ਼ਰੂਰ ਅਪਡੇਟ ਕਰੋ। ਸੈਕਿੰਡ, ਅਗਰ ਮੈਂ ਗੱਲ ਕਰਦਾ ਤੇ AIP ਆਉਣ ਤੋਂ ਬਾਅਦ ਦਾ ਅਗਰ ਡੈਫਰਮੈਂਟ ਦੀ ਗੱਲ ਕੀਤੀ ਜਾਂਦੀ ਹੈ, ਉਹਦੇ 'ਚ ਕਿਤੇ ਨਾ ਕਿਤੇ ਉਹ ਸਟੂਡੈਂਟਸ ਵੀ ਇਨਵੋਲਵਡ ਨੇ ਜਿਹੜੇ ਕਿ ਆਨਲਾਈਨ ਕਲਾਸਾਂ ਲਗਾ ਰਹੇ ਨੇ ਔਰ 50% ਆਪਣੀ ਐਜੂਕੇਸ਼ਨ ਕੰਪਲੀਟ ਕਰ ਚੁੱਕੇ ਨੇ। ਸੋ ਆਫਟਰ AIP ਅਗਰ ਤੁਸੀਂ ਡੈਫਰਮੈਂਟ ਵੱਲ ਜਾਂਦੇ ਹੋ ਤਾਂ ਉਹਦੇ 'ਚ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਆਪਣਾ ਕੋਰਸ ਚੇਂਜ ਨਾ ਕਰੋ। ਅਗਰ ਤੁਸੀਂ ਕਿਸੇ ਵੀ ਸਟੈਪ ਤੇ ਆਪਣਾ ਕੋਰਸ ਚੇਂਜ ਕਰਦੇ ਹੋ ਤਾਂ ਤੁਹਾਡਾ AIP ਜਿਹੜਾ ਆਲਰੇਡੀ ਰਿਸੀਵਡ ਹੈ, ਉਹ ਸਟੇਜ 1 ਦਾ ਜਿਹੜਾ ਡਿਸੀਜਨ ਤੁਹਾਡਾ ਹੋ ਚੁੱਕਿਆ ਹੈ, ਉਹ ਦੁਬਾਰਾ ਰੀਅਸੈਸ ਹੋਏਗਾ। ਮੈਂ ਦੁਬਾਰਾ ਦੱਸ ਰਿਹਾ ਕਿ AIP ਆਉਣ ਤੋਂ ਬਾਅਦ ਡੈਫਰਮੈਂਟ ਅਗਰ ਤੁਸੀਂ ਲੈਂਦੇ ਹੋ ਔਰ ਅਗਰ ਆਪਣਾ ਕੋਰਸ ਚੇਂਜ ਕਰਦੇ ਹੋ ਤਾਂ ਉਹ ਸਟੇਜ 1 ਦਾ ਡਿਸੀਜਨ ਦੁਬਾਰਾ ਰੀਅਸੈਸਮੈਂਟ ਚਾਹੇਗਾ। ਜਿਹੜਾ ਵੀਜ਼ਾ ਆਫੀਸਰ ਹੈ ਉਹ ਤੁਹਾਡੀ ਐਪਲੀਕੇਸ਼ਨ ਨੂੰ ਦੁਬਾਰਾ ਅਸੈਸ ਕਰੇਗਾ। ਸੋ ਡੈਫਰਮੈਂਟ ਨੂੰ ਲੈ ਕੇ ਬਹੁਤ ਧਿਆਨ ਦੇ ਨਾਲ ਅੱਗੇ ਤੁਸੀਂ ਸਟੈਪ ਲੈਣਾ ਹੈ। ਜਾਂ ਤਾਂ AIP ਤੋਂ ਪਹਿਲਾਂ ਕਰ ਲਓ ਔਰ ਆਪਣਾ ਡੈਫਰਡ LOA ਸਬਮਿਟ ਕਰ ਦਿਓ। ਅਗਰ ਬਾਅਦ ਵਿੱਚ ਕਰ ਰਹੇ ਹੋ ਤਾਂ ਧਿਆਨ ਰੱਖੋ ਤੁਸੀਂ ਆਪਣਾ ਕੋਰਸ ਚੇਂਜ ਨਹੀਂ ਕਰ ਰਹੇ। ਜਗਪ੍ਰੀਤ ਜੀ, AIP ਦਾ ਪ੍ਰੋਸੈਸ ਜਿਹੜਾ ਉਹਨੂੰ ਲੈ ਕੇ ਵੀ ਸਟੂਡੈਂਟਸ ਦਾ ਸਵਾਲ ਸੀ ਕਿ AIP ਦਾ ਪ੍ਰੋਸੈਸ ਕਿੰਨੀ ਦੇਰ ਲੱਗੂਗੀ, ਕਿਉਂਕਿ ਬਹੁਤ ਜ਼ਿਆਦਾ ਇੰਪੇਸ਼ੈਂਟ ਹੋ ਰਹੇ ਨੇ ਹੁਣ ਸਟੂਡੈਂਟ ਕਿਤੇ ਨਾ ਕਿਤੇ, ਕਿਉਂਕਿ AIP ਆਣੇ ਸ਼ੁਰੂ ਵੀ ਹੋ ਗਏ, ਇਸ ਕਰਕੇ ਹੁਣ ਇੰਪੇਸ਼ੈਂਸ ਹੋਰ ਵੀ ਵੱਧ ਗਈ ਹੈ। ਬਿਲਕੁਲ ਜੀ, AIP ਨੂੰ ਲੈ ਕੇ ਸਟੂਡੈਂਟ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ 'ਚ ਸੀਗੇ। ਸੋ ਉਹਦੇ 'ਚ ਬਹੁਤ ਕਹਿ ਲਓ ਵੀ ਰੈਪੀਟੀਟਿਵਲੀ ਇਹ ਕੁਐਸਚਨ ਆ ਰਿਹਾ ਸੀ ਕਿ AIP ਦਾ ਕਿੰਨੇ ਟਾਈਮ 'ਚ ਸਾਨੂੰ ਰਿਜ਼ਲਟ ਮਿਲੇਗਾ ਜਾਂ ਸਾਡੀ ਐਪਲੀਕੇਸ਼ਨ ਐਮਬੈਸੀ 'ਚ ਹੈ ਕਿੰਨੇ ਟਾਈਮ 'ਚ ਮਿਲੇਗਾ। ਸੋ ਇਹਦੇ ਤੇ IRCC ਨੇ ਬਿਲਕੁਲ ਕਲੀਅਰ ਸਟੇਟਮੈਂਟ ਦਿੱਤੀ ਸੀ ਕਿ ਉਹ ਟਾਈਮ ਨੂੰ ਲੈ ਕੇ, ਇੱਕ ਟਾਈਮ ਫਰੇਮ ਨੂੰ ਲੈ ਕੇ ਕੋਈ ਵੀ ਡਿਸੀਜਨ ਨਹੀਂ ਦੇ ਸਕਦੇ। ਰੀਜ਼ਨ ਕਿ ਹਾਈ ਕਮਿਸ਼ਨ ਦੇ ਵਿੱਚ ਇਸ ਲਈ ਜਿਹੜਾ ਸਟਾਫ ਹੈ ਉਹ ਲਿਮਿਟਿਡ ਕੰਮ ਕਰ ਰਿਹਾ ਹੈ। ਹਾਂ, ਉਹਨਾਂ ਵੱਲੋਂ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਸਾਰੀਆਂ ਐਪਲੀਕੇਸ਼ਨਸ ਦੇ ਉੱਤੇ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ। ਔਰ ਇਹਦੇ ਨਾਲ ਇੱਕ ਕੁਐਸਚਨ ਸੀ ਸਟੂਡੈਂਟ ਦਾ ਕਿ AIP ਸਾਨੂੰ ਕਿੱਦਾਂ ਮਿਲੇਗਾ। ਇਹ ਬਹੁਤ ਇੰਪੋਰਟੈਂਟ ਕੁਐਸਚਨ ਸੀ। ਜਿਵੇਂ ਕਿ ਆਪਾਂ ਦੇਖਦੇ ਪਹਿਲਾਂ ਬੱਚਿਆਂ ਨੂੰ ਵੀਜ਼ਾ ਮਿਲ ਜਾਂਦਾ ਹੁੰਦਾ ਸੀ, ਜੋ ਉਹ ਡਾਇਰੈਕਟ ਆਪਣੇ ਪਾਸਪੋਰਟਸ ਜਮ੍ਹਾਂ ਕਰਦੇ ਸੀ ਆਪਣੇ ਰਿਕੁਐਸਟ ਲੈਟਰ ਤੋਂ ਬਾਅਦ। ਸੋ AIP ਤੁਹਾਨੂੰ ਕਿੱਦਾਂ ਮਿਲੇਗਾ? ਜਿਹੜਾ ਤੁਹਾਡਾ CIC ਲੌਗਇਨ ਹੈਗਾ, ਜਿਹੜੀ ਤੁਸੀਂ ਲੌਗਇਨ ਜਨਰੇਟ ਕੀਤਾ ਉਹਦੇ ਵਿੱਚ ਤੁਹਾਨੂੰ ਤੁਹਾਡਾ AIP ਜਿਹੜਾ ਉਹ ਰਿਸੀਵ ਹੋ ਜਾਏਗਾ। ਸੋ ਸਟੂਡੈਂਟ ਐਮਬੈਸੀ ਦੇ ਵਿੱਚ ਫਾਈਲ ਲਾਉਣ ਤੋਂ ਬਾਅਦ, ਆਨਲਾਈਨ ਫਾਈਲ ਲਾਉਣ ਤੋਂ ਬਾਅਦ ਆਪਣਾ ਲੌਗਇਨ ਨੂੰ ਬਾਰ-ਬਾਰ ਚੈੱਕ ਕਰਦਾ ਰਹੇ, ਉਹਦੇ ਵਿੱਚ ਹੀ ਤੁਹਾਨੂੰ AIP ਰਿਸੀਵ ਹੋਏਗਾ। ਜੀ ਉਸ ਤੋਂ ਬਾਅਦ ਦਾ ਜਿਹੜਾ ਸਵਾਲ ਆ ਉਹ ਤਕਰੀਬਨ ਉਹ ਉਸ ਮੈਚ ਕਰਦਾ ਜਿਹੜਾ ਕਿ ਸਟੂਡੈਂਟਸ ਹੁਣ ਤੱਕ ਸਾਰੇ ਏਜੰਟਸ ਨੂੰ ਵੀ ਪੁੱਛਦੇ ਰਹੇ ਕਿ ਆਪਣੀ ਜਿਹੜੀ ਫਾਈਲ ਆ ਉਹਨੂੰ ਮਜ਼ਬੂਤ ਕਿਵੇਂ ਕੀਤਾ ਜਾਏ ਕਿ ਵੀਜ਼ਾ ਲੱਗਣ ਦੇ ਚਾਂਸਸ ਵੱਧ ਜਾਣ। ਬਿਲਕੁਲ ਜੀ। ਸੋ ਇਹ ਇੱਕ ਬਹੁਤ ਹੀ ਵੱਡਾ ਸਵਾਲ ਹੁੰਦਾ ਹੈ ਹਰ ਸਟੂਡੈਂਟ ਜਦੋਂ ਆਪਣੇ ਐਪਲੀਕੇਸ਼ਨ ਨੂੰ ਸਟਾਰਟ ਕਰਦਾ ਹੈ। ਪਰ ਜਵਾਬ ਬਹੁਤ ਇੰਪੋਰਟੈਂਟ ਹੈ ਕਿਉਂਕਿ ਹੁਣ IRCC ਨੇ ਕੀ ਕਿਹਾ। ਡੈਫੀਨੇਟਲੀ ਜੀ, ਡੈਫੀਨੇਟ ਬਹੁਤ ਇੰਪੋਰਟੈਂਟ ਕੁਐਸਚਨ ਹੈ। ਹਰ ਸਟੂਡੈਂਟ ਦੇ ਪੇਰੈਂਟਸ ਦੇ ਮਾਈਂਡ ਦੇ ਵਿੱਚ ਇਹ ਕੁਐਸਚਨ ਹੁੰਦਾ ਹੈ ਕਿ ਆਪਣੀ ਫਾਈਲ ਕਿਸ ਤਰੀਕੇ ਨਾਲ ਸਟਰੋਂਗ ਹੋ ਸਕਦੀ ਹੈ। ਸੋ ਉਹਦੇ 'ਚ ਕੋਈ ਇਦਾਂ ਦਾ ਘਿਓ ਸ਼ੱਕਰ ਨਹੀਂ ਪੈ ਸਕਦਾ ਕਿ ਜਿਹੜਾ ਐਡੀਸ਼ਨਲ ਉਹਦੇ 'ਚ ਕੋਈ ਤੁਸੀਂ ਇਨਗਰੀਡੀਐਂਟ ਪਾ ਦਿਓ। ਹਾਂ, ਉਸ ਫਾਈਲ ਦੀ ਪ੍ਰੈਜੈਂਟੇਸ਼ਨ, ਇਹਦੇ ਉੱਤੇ ਅੱਜ IRCC ਨੇ ਵੀ ਇੱਕ ਚੀਜ਼ ਕਲੀਅਰ ਕੀਤੀ ਹੈ ਕਿ ਆਪਣੀ ਐਪਲੀਕੇਸ਼ਨ ਨੂੰ ਤੁਸੀਂ ਸਟਰੋਂਗ ਕਿੱਦਾਂ ਕਰ ਸਕਦੇ ਹੋ। ਸਭ ਤੋਂ ਪਹਿਲੀ ਚੀਜ਼ ਕਿ ਤੁਹਾਡੀ ਜਿਹੜੀ ਅਕੈਡਮਿਕ ਕ੍ਰੈਡੀਬਿਲਿਟੀ ਹੈ ਉਹ ਸਾਊਂਡ ਹੋਣੀ ਚਾਹੀਦੀ ਹੈ। ਮਤਲਬ ਕਿ ਜਿਹੜੇ ਪ੍ਰੋਗਰਾਮ 'ਚ ਤੁਸੀਂ ਅਪਲਾਈ ਕਰ ਰਹੇ ਹੋ ਉਹ ਰੈਲੇਵੈਂਟ ਹੋਣਾ ਚਾਹੀਦਾ ਹੈ ਤੁਹਾਡੀ ਪਿਛਲੀ ਪੜ੍ਹਾਈ ਦੇ, ਉਹ ਅਪਗ੍ਰੇਡਡ ਹੋਣਾ ਚਾਹੀਦਾ ਹੈ। ਸੋ ਉਹਨੂੰ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ ਤਾਂ ਪ੍ਰੋਗਰਾਮ ਦੇ ਲੈਵਲ ਨੂੰ ਜ਼ਰੂਰ ਦੇਖੋ ਵੀ ਤੁਸੀਂ ਕਿਸ ਪ੍ਰੋਗਰਾਮ 'ਚ ਅਪਲਾਈ ਕਰ ਰਹੇ ਹੋ। ਨਾਲ ਦੀ ਨਾਲ ਉਹਨਾਂ ਨੇ ਇੱਕ ਚੀਜ਼ ਕਲੀਅਰ ਕੀਤੀ ਹੈ ਕਿ ਸਟੂਡੈਂਟ ਦੀ ਫੈਮਿਲੀ ਸਟੇਬਿਲਿਟੀ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਤੁਸੀਂ ਆਪਣਾ ਹੋਮ ਕੰਟਰੀ ਛੱਡ ਕੇ ਵਿਦੇਸ਼ ਜਾ ਰਹੇ ਹੋ, ਕੈਨੇਡਾ ਪੜ੍ਹਨ ਜਾ ਰਹੇ ਹੋ, ਤਾਂ ਐਮਬੈਸੀ ਇਸ ਚੀਜ਼ ਨੂੰ ਚੈੱਕ ਕਰਦੀ ਹੈ ਕਿ ਤੁਹਾਡੀ ਫੈਮਿਲੀ ਸਟੇਬਿਲਿਟੀ ਕਿੰਨੀ ਕੁ ਸਾਊਂਡ ਹੈ, ਕਿੰਨੀ ਸਟਰੋਂਗ ਹੈ ਤੁਹਾਡੇ ਹੋਮ ਕੰਟਰੀ ਦੇ ਵਿੱਚ। ਫਰਸਟ ਰੀਜ਼ਨ ਜਿਹਦੇ ਕਰਕੇ ਤੁਸੀਂ ਵਾਪਸ ਆਓਗੇ ਆਪਣੀ ਪੜ੍ਹਾਈ ਕੈਨੇਡਾ 'ਚ ਪੂਰੀ ਕਰਨ ਤੋਂ ਬਾਅਦ, ਉਹਦੇ ਪਿੱਛੇ ਕੀ ਕਾਰਨ ਹੈ ਕਿ ਤੁਸੀਂ ਵਾਪਸ ਆਓਗੇ। ਐਂਡ ਸੈਕੰਡਲੀ ਫਾਈਨੈਂਸ਼ੀਅਲ ਸਰਕਮਸਟੈਂਸਸ ਨੂੰ ਲੈ ਕੇ ਕੀ ਤੁਹਾਡੀ ਫੈਮਿਲੀ, ਤੁਸੀਂ ਜਦੋਂ ਕੈਨੇਡਾ ਰਹਿ ਰਹੇ ਹੋ, ਕਿ ਉਹ ਤੁਹਾਨੂੰ ਸਪੋਰਟ ਕਰ ਸਕਦੀ ਹੈ ਥਰੂ ਆਊਟ ਤੁਹਾਡੀਆਂ ਸਟੱਡੀਜ਼ ਦੇ ਦੌਰਾਨ ਔਰ ਬਸ਼ਰਤੇ ਜਦੋਂ ਤੁਸੀਂ ਕੰਮ ਨਹੀਂ ਕਰ ਰਹੇ। ਸੋ ਇਹ ਫਾਈਨੈਂਸ਼ੀਅਲ ਸਟੇਬਿਲਿਟੀ ਫੈਮਿਲੀ ਨੂੰ ਲੈ ਕੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਜਦੋਂ ਕੋਈ ਵੀ ਸਟੂਡੈਂਟ ਆਪਣੀ ਕੈਨੇਡਾ ਦੀ ਐਪਲੀਕੇਸ਼ਨ ਪ੍ਰੋਸੈਸ ਕਰਦਾ ਹੈ ਤਾਂ ਇਹ ਦੋ ਚੀਜ਼ਾਂ ਨੂੰ ਉਹ ਧਿਆਨ 'ਚ ਰੱਖ ਕੇ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੇ। ਪ੍ਰੈਜੈਂਟੇਸ਼ਨ ਬਹੁਤ ਇੰਪੋਰਟੈਂਟ ਹੈ, ਜਿਹਦੇ ਵਿੱਚ SOP ਦਾ ਬਹੁਤ ਜ਼ਿਆਦਾ ਅਹਿਮ ਰੋਲ ਹੈ। ਸੋ ਜਗਪ੍ਰੀਤ ਜੀ, ਬਹੁਤ ਸਾਰੀਆਂ ਇੰਪੋਰਟੈਂਟ ਜਿਹੜੀਆਂ ਡਿਸਕਸ਼ਨਸ ਹੋਈਆਂ, ਕੁਝ ਅਪਡੇਟਸ ਵੀ ਦਿੱਤੇ ਤੇ ਨਾਲ ਹੀ ਨਾਲ ਸਵਾਲਾਂ ਦੇ ਜਵਾਬ ਵੀ ਦਿੱਤੇ।
ਹੁਣ ਤੁਸੀਂ ਆਪਣੇ ਵੱਲੋਂ ਕੀ ਰეკਮੈਂਡ ਕਰੋਗੇ ਸਟੂਡੈਂਟਸ ਨੂੰ ਇਹ ਸਾਰੇ ਜਿਹੜੇ ਨਵੇਂ ਅਪਡੇਟਸ ਤੇ ਜਿਹੜੇ ਕਲੈਰਿਟੀ ਤੋਂ ਬਾਅਦ? ਬਿਲਕੁਲ ਜੀ। ਸੋ IRCC ਦੀ ਮੀਟਿੰਗ ਤੋਂ ਬਾਅਦ ਇੱਕ ਚੀਜ਼ਾਂ ਤਾਂ ਬਹੁਤ ਪੋਜ਼ਿਟਿਵ ਹੋਈ ਹੈ, ਬਹੁਤ ਪੋਜ਼ਿਟਿਵ ਆਊਟਕਮ ਹੈ ਕਿ ਸਭ ਤੋਂ ਪਹਿਲੀ ਚੀਜ਼ ਕਿ ਜਿਹੜਾ 2 ਸਟੇਜ ਵੀਜ਼ਾ ਸੀ ਉਹ ਸਿਰਫ ਔਰ ਸਿਰਫ ਫਾਲ ਇਨਟੇਕ ਤੱਕ ਸੀਗਾ, ਮਤਲਬ ਕਿ ਸੈਪਟੈਂਬਰ ਇਨਟੇਕ ਤੱਕ ਸੀ। ਜਨਵਰੀ ਨੂੰ ਲੈ ਕੇ ਜਿਵੇਂ ਉਹਨਾਂ ਨੇ ਦੱਸਿਆ ਕਿ ਹੁਣ ਸਟੂਡੈਂਟ ਨੂੰ ਅਸੀਂ ਟਰੈਵਲ ਰਿਕੁਐਸਟ ਲੈਟਰ ਵੀ ਭੇਜ ਰਹੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਕਿ ਆਪਣੇ VFS ਸੈਂਟਰ ਵੀ ਓਪਨ ਹੋ ਜਾਣ, ਟਰੈਵਲ ਬੈਨ 'ਚ ਵੀ ਰਿਲੈਕਸੇਸ਼ਨ ਮਿਲੇ ਔਰ ਜਨਵਰੀ ਇਨਟੇਕ ਨੂੰ ਲੈ ਕੇ ਸਟੂਡੈਂਟ ਪੋਜ਼ਿਟਿਵਲੀ ਅਪਲਾਈ ਕਰ ਸਕਦੇ ਆ ਔਰ ਹੋਪ ਕੀਤੀ ਜਾ ਸਕਦੀ ਹੈ ਕਿ ਉਹ ਔਨ ਕੈਂਪਸ ਜਾ ਕੇ ਪੜ੍ਹਨ। ਸੋ ਜਨਵਰੀ ਇਨਟੇਕ ਨੂੰ ਲੈ ਕੇ ਜਿਹੜੇ ਵੀ ਦੋਸਤ ਅਪਲਾਈ ਕਰਨਾ ਚਾਹੁੰਦੇ ਨੇ ਉਹ ਹੁਣ ਨਿਡਰ ਹੋ ਕੇ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰ ਸਕਦੇ ਆ। ਸੋ ਦੋਸਤੋ ਇਸੇ ਪੋਜ਼ਿਟਿਵ ਨੋਟ ਤੇ ਇਸ ਵੀਡੀਓ ਨੂੰ ਅਸੀਂ ਖਤਮ ਕਰਾਂਗੇ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਵਾਂਗਾ, ਸਿਰਫ 1 ਮਿੰਟ ਦਾ ਵੀਡੀਓ ਰਹੇਗਾ। 30 ਸੈਕਿੰਡ ਦੀਆਂ 2 ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ। ਸਭ ਤੋਂ ਪਹਿਲਾਂ ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਆਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ। ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਆਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ। ਤੁਸੀਂ ਸਾਡੀ ਵੈਬਸਾਈਟ ਤੇ ਜਾਓ broadwaystudy.com, ਬੁੱਕ ਯੋਰ ਕਾਉਂਸਲਿੰਗ ਦਾ ਫਾਰਮ ਭਰੋ ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ ਤੇ ਕਨੈਕਟ ਹੋਏਗੀ। ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਆਨਲਾਈਨ ਘਰੇ ਬੈਠੇ ਦੇਗੀ। ਇਸ ਤੋਂ ਇਲਾਵਾ ਜਿਹੜੇ ਬੱਚੇ ਆਇਲਸ PT ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ ਜਿਹਦੇ ਵਿੱਚ 1 ਟੀਚਰ 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ। ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ WhatsApp ਨੰਬਰ ਦਿੱਤਾ ਜਾਏਗਾ, ਆਵਰਸ ਉਹਦੇ ਦੱਸੇ ਜਾਣਗੇ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ। ਟੀਮ ਨਾਲ ਕਨੈਕਟ ਕਰੋ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।